ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡੇ ਸਾਰਿਆਂ ਦਾ ਇਨਫੋਕਸ ਦੇ ਅੱਜ ਦੇ ਇਸ ਐਪੀਸੋਡ ਦੇ ਵਿੱਚ। ਟੋਰਾਂਟੋ ਤੋਂ ਮੈਂ ਹਾਂ ਜਸਲੀਨ ਕੌਰ। ਜੇ ਗੱਲ ਕਰੀਏ ਓਨਟੇਰੀਓ ਦੀ ਮੌਜੂਦਾ ਕੋਵਿਡ-19 ਸਥਿਤੀ ਦੀ ਤੇ ਓਨਟੇਰੀਓ ਦੇ ਵਿੱਚ ਕੋਵਿਡ-19 ਦੇ 95,000 ਤੋਂ ਉੱਪਰ ਕੇਸਿਸ ਕਨਫਰਮ ਹੋ ਚੁੱਕੇ ਨੇ ਅਤੇ ਇਸ ਦੇ ਨਾਲ ਹੀ 3,000 ਤੋਂ ਉੱਪਰ ਡੈਥਸ ਵੀ ਰਿਪੋਰਟ ਹੋ ਚੁੱਕੀਆਂ ਹਨ। ਹਾਲ ਹੀ ਵਿੱਚ ਓਨਟੇਰੀਓ ਦੇ ਹੈਲਥ ਆਫੀਸ਼ੀਅਲਸ ਵੱਲੋਂ ਨਵਾਂ ਮਾਡਲਿੰਗ ਡਾਟਾ ਰਿਲੀਜ਼ ਕੀਤਾ ਗਿਆ ਹੈ, ਜਿਸ ਮੁਤਾਬਕ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਓਨਟੇਰੀਓ ਦੇ ਵਿੱਚ ਕੋਵਿਡ-19 ਕੇਸਿਸ 3% ਦੀ ਦਰ ਦੇ ਨਾਲ ਵੱਧਦੇ ਹਨ ਤੇ ਦਸੰਬਰ ਦੇ ਮਿਡ ਤੱਕ ਇਹ ਕੇਸਿਸ ਇੱਕ ਦਿਨ 'ਚ 3500 ਦੇ ਕਰੀਬ ਰਿਪੋਰਟ ਹੋ ਸਕਦੇ ਹਨ ਅਤੇ ਜੇਕਰ ਕੋਵਿਡ-19 ਕੇਸਿਸ ਦੀ ਦਰ ਦੇ ਵਿੱਚ 5% ਦਾ ਵਾਧਾ ਹੁੰਦਾ ਹੈ ਤੇ ਦਸੰਬਰ ਦੇ ਮਿਡ ਤੱਕ ਇੱਕ ਦਿਨ 'ਚ ਓਨਟੇਰੀਓ ਦੇ ਵਿੱਚ 6500 ਦੇ ਕਰੀਬ ਕੇਸਿਸ ਰਿਪੋਰਟ ਕੀਤੇ ਜਾ ਸਕਦੇ ਹਨ। ਓਨਟੇਰੀਓ ਦੀ ਮੌਜੂਦਾ ਕੋਵਿਡ-19 ਸਥਿਤੀ ਸੰਬੰਧੀ ਅਸੀਂ ਗੱਲਬਾਤ ਕਰਦੇ ਹਾਂ ਓਨਟੇਰੀਓ ਦੇ ਮਿਲਟਨ ਸ਼ਹਿਰ ਤੋਂ ਮੈਂਬਰ ਆਫ ਪ੍ਰੋਵਿੰਸ਼ੀਅਲ ਪਾਰਲੀਮੈਂਟ ਪਰਮ ਗਿੱਲ ਦੇ ਨਾਲ। ਸਤਿ ਸ਼੍ਰੀ ਅਕਾਲ ਪਰਮ ਗਿੱਲ ਜੀ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪੀਡੀਸੀ ਪੰਜਾਬੀ ਤੇ। ਸਤਿ ਸ਼੍ਰੀ ਅਕਾਲ ਜੀ, ਮੇਰੇ ਵੱਲੋਂ ਤੁਹਾਨੂੰ ਤੇ ਜਿੰਨੇ ਵੀ ਪ੍ਰੋਗਰਾਮ ਦੇਖਣ ਵਾਲੇ ਸਾਰੇ ਭੈਣ ਭਰਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਪਰਮ ਗਿੱਲ ਜੀ, ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਓਨਟੇਰੀਓ ਦੀ ਪ੍ਰੈਜ਼ੈਂਟ ਕੋਵਿਡ-19 ਸਿਚੁਏਸ਼ਨ ਦੀ। ਰੀਸੈਂਟਲੀ ਪਬਲਿਕ ਹੈਲਥ ਆਫੀਸ਼ੀਅਲਸ ਵੱਲੋਂ ਨਵਾਂ ਮਾਡਲਿੰਗ ਡਾਟਾ ਰਿਲੀਜ਼ ਕੀਤਾ ਗਿਆ ਹੈ, ਜਿਸ ਮੁਤਾਬਕ ਆਉਣ ਵਾਲੇ ਦਿਨਾਂ ਦੇ ਵਿੱਚ ਓਨਟੇਰੀਓ ਦੇ ਵਿੱਚ ਇੱਕ ਦਿਨ ਦੇ ਅੰਦਰ 3500 ਤੋਂ 6500 ਦੇ ਕਰੀਬ ਕੇਸਿਸ ਰਿਪੋਰਟ ਕੀਤੇ ਜਾ ਸਕਦੇ ਹਨ। ਇਹ ਜਿਹੜਾ ਨੰਬਰ ਹੈਗਾ ਕਾਫੀ ਕੰਸਰਨਿੰਗ ਹੈਗਾ ਹੈ। ਕੀ ਅਸੀਂ ਉਮੀਦ ਕਰ ਸਕਦੇ ਹਾਂ ਕਿ ਓਨਟੇਰੀਓ ਸਰਕਾਰ ਵੱਲੋਂ ਲੋਕਡਾਊਨ ਕੀਤਾ ਜਾਏਗਾ? ਦੇਖੋ ਜੀ, ਜਿਸ ਤਰ੍ਹਾਂ ਓਬਵੀਅਸਲੀ ਪ੍ਰੀਮੀਅਰ ਸਾਹਿਬ ਐਵਰੀ ਡੇ ਜਿਹੜੀ 1 ਵਜੇ ਪ੍ਰੈਸ conference, he's made it perfectly clear that everything is on the table. If we need to get to that route, ਜਾਂ ਕਹ ਲਓ ਵੀ ਜੋ ਸਟੇਜ ਤੇ ਪਹੁੰਚਣ ਦੀ ਲੋੜ ਹੈਗੀ ਹੈ ਵੀ ਜਿੱਥੇ ਆਪਾਂ ਨੂੰ ਦੁਬਾਰਾ ਓਨਟੇਰੀਓ ਨੌਕਡਾਊਨ ਕਰਨਾ ਪੈਂਦਾ, ਤੇ we will not hesitate in order to protect Ontarians, in order to make sure the Ontarians are protected. ਪਰ ਜਿਸ ਤਰ੍ਹਾਂ ਤੁਸੀਂ ਮੈਂਸ਼ਨ ਕੀਤਾ ਕਿ ਜਿਹੜੀਆਂ ਕੱਲ ਓਨਟੇਰੀਓ ਸਰਕਾਰ ਵੱਲੋਂ ਜਾਂ ਪਬਲਿਕ ਹੈਲਥ ਵੱਲੋਂ ਜਿਹੜੀਆਂ ਪ੍ਰੋਜੈਕਸ਼ਨਸ ਰਿਲੀਜ਼ ਕੀਤੀਆਂ, they are definitely very very alarming. There's no doubt ਇਹ ਜਿਹੜਾ ਸੈਕੰਡ ਵੇਵ ਚੱਲ ਰਹੀ ਹੈ ਇਸ ਵੇਲੇ, not just in Ontario, ਸਾਰੇ ਮੁਲਕ ਦੇ ਵਿੱਚ ਤੁਸੀਂ ਕਹਿ ਸਕਦੇ some of the other provinces have already taken much harsher measures. ਹਾਲਾਂਕਿ ਜਿਹੜਾ ਅਸੀਂ ਤੁਸੀਂ ਕਹਿ ਲਓ ਜਿਹੜਾ ਫਰੇਮਵਰਕ ਰਿਲੀਜ਼ ਕੀਤਾ ਉਹਦੇ ਵਿੱਚ we are allowing different municipalities, regions to come up with their own proposals in terms of ਜਿਹੜੀਆਂ ਟਾਰਗੇਟਸ ਐਫਰਟ ਹੈ। ਜਿਸ ਤਰ੍ਹਾਂ ਆਪਾਂ ਸਮਝਦੇ ਹਾਂ ਕਿ ਪੀਲ ਦੇ ਵਿੱਚ ਕਾਫੀ ਹੌਟ ਸਪੌਟ ਹੈ, ਟੋਰਾਂਟੋ ਦੇ ਵਿੱਚ ਹੈ, ਯਾਰਕ ਰੀਜਨ ਦੇ ਵਿੱਚ ਹੈ, ਹਾਲਾਂਕਿ ਆਟਵਾ ਨੇ ਕਾਫੀ ਰਿਕਵਰ ਕਰ ਲਿਆ। So there are a lot of areas that are definitely suffering. But to answer your question, कि प्रीमियर साहब ने very very clearly किया है कि we will not hesitate if we do need to lock the province down, but that's not our preferred route. We also have to keep the economy in mind. At the same time, we want to keep in mind that first and foremost is the safety and security of all Ontarians. ਜੀ ਪਰਮ ਗਿੱਲ ਜੀ, ਇਹ ਵੀ ਸੁਣਨ ਦੇ ਵਿੱਚ ਆਇਆ ਕਿ ਓਨਟੇਰੀਓ ਸਰਕਾਰ ਨੇ ਪਬਲਿਕ ਹੈਲਥ ਆਫੀਸ਼ੀਅਲਸ ਦੀ ਜਿਹੜੀ ਸਲਾਹ ਸੀਗੀ ਉਹਨੂੰ ਨਾ ਮੰਨਦੇ ਹੋਏ ਨਵਾਂ ਜਿਹੜਾ ਕਲਰਡ ਫਰੇਮਵਰਕ ਜਿਹੜਾ ਹੈਗਾ, ਕਲਰਡ ਸਿਸਟਮ ਜਿਹੜਾ ਹੈਗਾ ਉਹ ਇੰਟਰੋਡਿਊਸ ਕੀਤਾ ਹੈ। ਬਿਲਕੁਲ ਜੀ, ਇਹਦੇ ਵਿੱਚ ਮੈਂ ਕਹਾਂਗਾ ਕਿ ਪਹਿਲੀ ਗੱਲ ਤਾਂ ਇਹ ਹੈ, ਜਦੋਂ ਆਪਾਂ ਸਮਝਦੇ ਹਾਂ ਕਿ ਜਦੋਂ ਵੀ 2 4 10 ਬੰਦੇ ਅਰਾਊਂਡ ਦ ਟੇਬਲ ਬੈਠੇ ਹੁੰਦੇ, not everybody agrees and not everybody is able to come to consensus. But I can tell you ਜਿਹੜਾ ਆਪਣਾ ਓਨਟੇਰੀਓ ਦਾ ਚੀਫ ਮੈਡੀਕਲ ਹੈਲਥ ਆਫਿਸਰ ਹੈ ਡਾਕਟਰ ਵਿਲੀਅਮਸ, he has been in loop and he has been consulting with the premier throughout the pandemic. And we are taking advice from all different angles, ਜਿੰਨੇ ਵੀ ਜਿਹੜੇ doctors are, ਜਿਹੜੇ health care ਦੇ experts are. And of course, if there are 1 or 2 that feel left out ਕਿ ਜੀ ਉਹਨਾਂ ਦੀ ਜਿਹੜੀ ਸਲਾਹ ਨਹੀਂ ਮੰਨੀ ਗਈ, that's unfortunate. But ਜਿਸ ਤਰ੍ਹਾਂ ਕੱਲ ਡਾਕਟਰ ਵਿਲੀਅਮਸਨ ਨੇ ਕਿਹਾ ਸੀਗਾ ਕਿ obviously this framework was signed off by him and his team, and that's the route that we take. Ultimately, he is Ontario's chief health medical officer, so that's who we go to. ਜੀ ਪਰਮ ਗਿੱਲ ਜੀ, ਓਨਟੇਰੀਓ ਦੀ ਜਿਹੜੀ NDP ਪਾਰਟੀ ਹੈਗੀ ਹੈ ਉਹਨਾਂ ਵੱਲੋਂ ਹੌਟ ਰੀਜਨਸ ਦੇ ਲਈ ਕੁਝ ਆਲਟਰਨੇਟਿਵਸ ਪ੍ਰਪੋਜ਼ ਕੀਤੇ ਗਏ ਨੇ। NDP ਲੀਡਰ ਜਿਹੜੇ ਹੈਗੇ ਨੇ ਐਂਡਰੀਆ ਹੌਰਵਤ, ਉਹਨਾਂ ਦਾ ਕਹਿਣਾ ਹੈ ਕਿ ਸਟੇਜ 1 ਦੇ ਵਿੱਚ ਜਿਹੜੇ ਬਿਜ਼ਨੈਸਿਸ ਹੈਗੇ ਨੇ ਉਹਨਾਂ ਨੂੰ ਸਰਕਾਰ ਵੱਲੋਂ 2 ਹਫ਼ਤਿਆਂ ਲਈ ਫਾਈਨੈਂਸ਼ੀਅਲ ਸਪੋਰਟ ਦਿੱਤਾ ਜਾਏ, ਇਸ ਦੇ ਨਾਲ ਹੀ ਤਾਂ ਜੋ ਬਿਜ਼ਨੈਸਿਸ ਵੀ ਖੁੱਲ੍ਹੇ ਰਹਿਣ ਤੇ ਇਸ ਦੇ ਨਾਲ ਹੀ ਜਿਹੜੇ ਸਕੂਲਸ ਹੈਗੇ ਨੇ ਉਹ ਵੀ ਖੁੱਲ੍ਹੇ ਰਹਿਣ। ਸੋ ਕੀ ਗਵਰਨਮੈਂਟ ਇਸ ਬਾਰੇ ਕੋਈ ਵਿਚਾਰ ਕਰ ਰਹੀ ਹੈ? ਬਿਲਕੁਲ, ਐਬਸੋਲੂਟਲੀ, ਰਾਈਟ ਫਰਮ day 1 we have been working with other levels
as a government ਤੁਹਾਨੂੰ ਪਤਾ ਹੀ ਹੈ ਕਿ ਕਾਫੀ ਪ੍ਰੋਗਰਾਮ ਜਿਹੜੇ joint program launch ਕੀਤੇ ਗਏ ਸੀਗੇ in collaboration with the federal government and we continue to work with not just the federal government also our regional government and the municipal partners but at the same time ਮੈਨੂੰ ਪਤਾ ਹੈ ਕਿ NDP is in opposition the opposition ਦਾ ਕਹ ਲਓ ਜਿਹੜਾ ਕੰਮ ਹੈ mostly ਹੁੰਦਾ ਵੀ ਤੁਸੀਂ ਹਰ ਇੱਕ ਚੀਜ਼ ਨੂੰ ਜਿਹੜੀ ਵੀ ਸਰਕਾਰ ਕਰਦੀ ਉਹਨੂੰ oppose ਕਰੋ so I'm not surprised by some of the recommendations that the NDP is forward. But just as I mentioned Geeta, as a government we have a responsibility to make sure that there is a fine balance. Of course, first and foremost is the safety and health and well-being of all Ontarians. We have to keep that in mind. But at the same time, people do need to get to work. People do need to pay their bills. People do need to pay their mortgages, send their kids to school, and the life ultimately has to go on. So none of these decisions are easy that are taken by the government, but main tonu ye zarur keh sakda haan ki there's obviously a lot of back and forth, there's a lot of discussions behind the scenes that take place before we launch any sort of framework, before decisions are made to shut down businesses. It is never easy. So ਤੁਸੀਂ imagine ਕਰੋ ਕਿ ਜੇ ਆਪਾਂ ਨੂੰ ਕੋਈ ਵੀ ਸਾਰਿਆਂ ਨੂੰ ਭੈਣ ਭਰਾ ਜਾਣਦੇ ਆ ਜਿਹੜੇ small business own ਕਰਦੇ ਆ ਜਿਨ੍ਹਾਂ ਨੇ ਆਪਣਾ ਸਾਰਾ ਤੁਸੀਂ ਕਹ ਲਓ ਵੀ ਜਿਹੜੀ ਜ਼ਿੰਦਗੀ ਦੀ ਜਿਹੜੀ savings ਹੁੰਦੀ ਹੈ ਉਹਦੇ ਵਿੱਚ ਲਾਈ ਹੁੰਦੀ ਹੈ and ultimately and then the government comes in and tells them to shut the door. They still have expenses that they have to bear ਚਾਹੇ ਉਹ rent ਹੈ ਚਾਹੇ ਉਹ utilities ਹੈ ਚਾਹੇ other fixed rents ਹੈ ਹਾਲਾਂਕਿ ਸਾਡੀ ਸਰਕਾਰ ਨੇ $300 ਜਿਹੜਾ $1 million ਦਾ ਪ੍ਰੋਗਰਾਮ recently introduce ਕੀਤਾ ਸੀਗਾ ਜਿਹੜੇ hotspot region ਵਾਸਤੇ ਜਿਨ੍ਹਾਂ ਨੂੰ ਜਿਹਦੇ ਵਿੱਚ businesses affect ਹੋਏ ਸੀ ਜਿਸ ਤਰ੍ਹਾਂ ਮੈਂ mention ਕੀਤਾ ਕਿ Peel region, Toronto region, Ottawa Regency at the time and New York region. So we are introducing supports for small businesses and families, but we can never, any government, whether it's federal, provincial, municipal, regional, ਕੋਈ ਵੀ ਸਰਕਾਰ ਹੈ ਇੰਨੇ ਪੈਸੇ ਕਿਸੇ ਵੀ ਬਿਜ਼ਨਸ ਨੂੰ ਜਾਂ ਫੈਮਲੀਜ਼ ਨੂੰ ਦੇ ਸਕਦੇ ਕਿ they can sustain, they can just live off of and not have the economy run as normal. So we have a responsibility to continue to find that fine balance between keeping Ontarians safe and also keeping the economy moving forward as much as possible. ਜੀ ਔਰ ਜਿਸ ਤਰ੍ਹਾਂ ਫੰਡਿੰਗ ਦੀ ਗੱਲ ਕਰ ਰਹੀ ਹੈ ਰੀਸੈਂਟਲੀ ਓਨਟਾਰੀਓ ਸਰਕਾਰ ਵੱਲੋਂ ਆਪਣਾ ਪਹਿਲਾ ਬਜਟ ਪੈਂਡੈਮਿਕ ਦੇ ਦਿਨਾਂ ਦੌਰਾਨ ਇੰਟਰੋਡਿਊਸ ਕੀਤਾ ਗਿਆ ਹੈ 8 ਮਹੀਨਿਆਂ ਬਾਅਦ ਇਹ ਬਜਟ ਐਲਾਨਿਆ ਗਿਆ ਹੈ ਜਿਸ ਵਿੱਚ ਓਨਟਾਰੀਓ ਦੀ ਹਿਸਟਰੀ ਦੇ ਵਿੱਚ ਹੁਣ ਤੱਕ $187 ਬਿਲੀਅਨ ਸਭ ਤੋਂ ਜ਼ਿਆਦਾ ਜਿਹੜੀ ਸਪੈਂਡਿੰਗ ਹੈਗੀ ਹੈ ਉਹ ਦੱਸੀ ਗਈ ਹੈ ਇਸ ਦੇ ਨਾਲ ਹੀ $38.5 ਬਿਲੀਅਨ ਦਾ ਡੈਫਿਸਿਟ ਵੀ ਪ੍ਰੋਜੈਕਟ ਕੀਤਾ ਗਿਆ ਹੈ ਓਨਟਾਰੀਓ ਦੀ ਹਿਸਟਰੀ ਦੇ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਖਰਚਾ ਤੇ ਘਾਟਾ ਦੱਸਿਆ ਗਿਆ ਹੈ ਇਸ ਦੇ ਨਾਲ ਹੀ ਇਸ ਸਾਲ ਦੇ ਬਜਟ ਦੇ ਵਿੱਚ ਬਜਟ ਨੂੰ ਬੈਲੈਂਸ ਕਰਨ ਸੰਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਜੋ ਕਿ ਬਾਏ ਲਾਅ ਬਜਟ ਪੇਸ਼ ਕਰਨ ਵੇਲੇ ਦੇਣੀ ਜ਼ਰੂਰੀ ਹੈਗੀ ਹੈ ਬਿਲਕੁਲ but I think we need to recognize the times that we're living in right now in not just in Ontario or Canada, I think anywhere in the world, these are very, very unusual. ਤੇ ਜਿਹੜੀ ਸਾਡੀ ਸਰਕਾਰ ਨੇ ਇੱਕ ਜਿਹੜਾ ਪੁਆਇੰਟ ਕਾਫੀ ਕਲੀਅਰ ਕੀਤਾ ਹੋਇਆ ਕਿ we will not hesitate, we will not spare any expense when it comes to healthcare. ਹਾਲਾਂਕਿ ਜਿਸ ਤਰ੍ਹਾਂ ਤੁਸੀਂ ਜਿਹੜਾ ਮੈਂਸ਼ਨ ਕੀਤਾ ਜਿਹੜੀ ਰੀਸੈਂਟਲੀ ਅਸੀਂ ਬਜਟ ਇੰਟਰੋਡਿਊਸ ਕੀਤੀ ਹੈ ਮਿਨਿਸਟਰ ਆਫ ਫਾਈਨੈਂਸ ਮਿਨਿਸਟਰ ਰੌਡ ਫਿਲਿਪਸ ਨੇ ਉਹਦੇ ਵਿੱਚ $45 ਬਿਲੀਅਨ ਦਾ ਜਿਹੜਾ ਪਲਾਨ ਓਵਰ the 3 years ਜਿਹੜਾ ਇੰਟਰੋਡਿਊਸ ਕੀਤਾ ਗਿਆ ਉਹਦੇ 'ਚ ਤਕਰੀਬਨ ਜਿਹੜੀ 1/3 ਆ over $15 billion is targeted directly towards healthcare. So you can imagine, ਤੁਸੀਂ deficit ਦੀ ਗੱਲ ਕੀਤੀ, of course, deficit is something that we are all concerned about. Debt is something that we are all concerned about. But let's be honest, at the same time, at least within 8 months, Ontario Sarkar ne budget present ਕੀਤੀ ਹੈ whereas the federal government still looking at ways to bringing forward a budget ਉਹਨਾਂ ਨੇ ਜਿਹੜਾ ਕਹ ਲਓ ਵੀ ਕੋਈ timeline ਵੀ ਉਹਨਾਂ ਕੋਲੇ ਹਲੇ ਹੈ ਨਹੀਂ ਗੀ at the same time the federal government is now running a debt and a deficit into billions and we're looking at a debt worth of $1 trillion. So obviously these are very, very alarming numbers and we all need to be mindful at the end of the day. ਜੇ ਆਪਾਂ ਨਹੀਂ ਤਾਂ ਇਹ ਆਪਣੇ ਜਿਹੜੇ ਬੱਚੇ ਆ ਜਾਂ ਜਿਹੜੇ ਤੁਸੀਂ ਕਹ ਲਓ ਵੀ ਜਿਹੜੇ ਆਪਣੇ ਗ੍ਰੈਂਡ ਕਿਡਸ ਆ ਉਹਨਾਂ ਨੇ ਇਹ ਜਿਹੜਾ ਕਰਜ਼ਾ ਅਲਟੀਮੇਟਲੀ ਪੇ ਆਫ ਕਰਨਾ ਸੋ these are very, very difficult and hard decisions for any level of government but we are very mindful at the same time ਜਿਸ ਤਰ੍ਹਾਂ ਮੈਂ ਮੈਂਸ਼ਨ ਕੀਤਾ ਕਿ we do have to make sure ਕਿ ਜਿਹੜਾ health care ਦੀ spending ਹੈ that is there and health care is
a priority for our government at the moment. Once we are done and hopefully COVID-19 is behind us, vaccine is out, and we can get back to our normal lives, then we can focus our efforts more on, of course, reducing the deficit and ultimately being able to pay off our debt. जी एंड आई थिंक ਹੈਲਥ ਕੇਅਰ ਇਜ਼ ਦੀ ਪ੍ਰਾਇੋਰਟੀ ਫॉर एवरीवन ਗਲੋਬਲ ਪੈਂਡੈਮਿਕ ਦੌਰਾਨ ਸੀਨੀਅਰਸ ਦੀ ਜੇ ਅਸੀਂ ਗੱਲ ਕਰੀਏ ਤੇ ਸੀਨੀਅਰ ਸਭ ਤੋਂ ਜ਼ਿਆਦਾ ਸਫਰ ਕਰ ਰਹੇ ਨੇ ਲੌਂਗ ਟਰਮ ਕੇਅਰ ਸੈਂਟਰਸ ਦੇ ਵਿੱਚ ਕਈ ਆਊਟਬ੍ਰੇਕਸ ਵੀ ਡਿਕਲੇਅਰ ਕੀਤੇ ਗਏ ਸਰਕਾਰਾਂ ਵੱਲੋਂ ਮਦਦ ਦੇ ਤੌਰ ਤੇ ਫੰਡਿੰਗਸ ਵੀ ਐਲਾਨੀਆਂ ਗਈਆਂ ਹਨ ਸੀਨੀਅਰਸ ਨੂੰ ਇੰਗੇਜ ਰੱਖਣ ਲਈ ਐਕਟੀਵਿਟੀਜ਼ ਦੀ ਜੇ ਗੱਲ ਕਰੀਏ ਤੇ ਓਨਟਾਰੀਓ ਦੇ ਜਿਹੜੇ ਸੀਨੀਅਰ ਐਕਟਿਵ ਲਿਵਿੰਗ ਸੈਂਟਰ ਪ੍ਰੋਗਰਾਮ ਨੂੰ ਐਕਸਪੈਂਡ ਕੀਤਾ ਗਿਆ ਹੈ ਸਰਕਾਰ ਵੱਲੋਂ ਪਰ ਹਾਊ ਇਜ਼ ਗਵਰਨਮੈਂਟ ਮੇਕਿੰਗ ਸ਼ੋਰ ਕਿ ਜਿਹੜੀ ਇਹ ਫੰਡਿੰਗ ਹੈ ਉਹਨਾਂ ਤੱਕ ਪਹੁੰਚ ਰਹੀ ਹੈ ਸੀਨੀਅਰਸ ਨੂੰ ਪ੍ਰੋਪਰਲੀ ਐਕਟੀਵਿਟੀਜ਼ ਦੇ ਵਿੱਚ ਇੰਗੇਜ ਕੀਤਾ ਜਾ ਰਿਹਾ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਐਂਜ਼ਾਈਟੀ ਜਾਂ ਡਿਪਰੈਸ਼ਨ ਨੂੰ ਫੇਸ ਨਾ ਕਰਨ ਬਿਲਕੁਲ ਪਹਿਲੀ ਗੱਲ ਤਾਂ obviously in our government part of our government we also have a dedicated ministry for seniors only so we have a minister who's responsible for seniors ਜਿਸ ਤਰ੍ਹਾਂ ਤੁਸੀਂ ਮੈਂਸ਼ਨ ਕੀਤਾ ਕਿ ਬਹੁਤ ਸਾਰੇ ਜਿਹੜੇ ਪ੍ਰੋਗਰਾਮ ਹੈ ਜਿਹੜੇ ਪ੍ਰੋਵਿੰਸ਼ੀਅਲੀ ਐਂਡ ਫੈਡਰਲੀ ਜਿਹੜੇ ਸੀਨੀਅਰਸ ਦੇ ਸੰਬੰਧ ਦੇ ਵਿੱਚ ਰਿਲੀਜ਼ ਕੀਤੇ ਜਾ ਰਹੇ ਆ ਜਿਹੜੀ ਅਸੀਂ ਬਜਟ ਹੁਣ ਵੀ ਇੰਟਰੋਡਿਊਸ ਕੀਤੀ ਹੈ ਉਹਦੇ ਵਿੱਚ ਵੀ $17 million ਫॉर ਸੀਨੀਅਰਸ ਐਕਟਿਵ ਲਿਵਿੰਗ ਸੈਂਟਰਸ ਪ੍ਰੋਗਰਾਮ ਉਸ ਦੇ ਨਾਲ ਜਿਹੜੀ ਸੀਨੀਅਰਸ ਦੀ ਹੋਮ ਸੇਫਟੀ ਟੈਕਸ ਕ੍ਰੈਡਿਟ ਹੈ for year 2021 ਅਗਲੇ ਸਾਲ ਵਾਸਤੇ that is also going to be made available for seniors up to 25% that they can get back on all of the renovations or modifications they have to make because we recognize ਕਿ ਬਹੁਤ ਸਾਰੇ ਜਿਹੜੇ seniors ਆ ਆਪਣੇ ਘਰਾਂ ਦੇ ਵਿੱਚ ਰਹਿਣਾ ਵੀ ਚਾਹੁੰਦੇ ਆ ਰਹਿ ਵੀ ਰਹੇ ਆ ਤੇ especially during this pandemic to make sure ਕਿ ਜਿਹੜੀ ਉਹਨਾਂ ਦਾ environment ਆ ਜਿਹੜਾ ਘਰ ਦੇ ਵਿੱਚ ਜਾਣੇ ਦਾ ਰਹਿਣ ਬਹਿਣ ਜਾਂ ਜਿਹੜੀਆਂ facilities ਉਹਨਾਂ ਵਾਸਤੇ ਉਹ proper ਹੋਣ ਤਾਂ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਨਾ ਹੋਵੇ and at the same time we will continue to work with the seniors organizations seniors and families directly to make sure that we're looking after seniors I think we can all understand and recognize ਕਿ ਜਿਹੜੇ ਸੀਨੀਅਰਸ ਆ ਇਹਨਾਂ ਦਾ ਬਹੁਤ ਦੇਣ ਹੈ of course ਆਪਣੀ province ਵਾਸਤੇ ਹੀ ਨਹੀਂ ਆਪਣੇ ਮੁਲਕ ਵਾਸਤੇ to build and ultimately to raise families so we all have seniors at home and in our families so let's do everything we can to protect them especially during ਜਿਹੜਾ COVID-19 ਦਾ ਜਿਹੜਾ pandemic ਚੱਲ ਰਿਹਾ ਇਹਦੇ ਵਿੱਚ seniors are most at risk they are most vulnerable so we have an extra duty extra responsibility to do everything we can to protect our seniors and that's what our government is doing ਜੀ ਪਰਮਗਿਲ ਜੀ ਤੁਸੀਂ ਹੋਮ ਸੇਫਟੀ ਟੈਕਸ ਕ੍ਰੈਡਿਟ ਦੀ ਗੱਲ ਕੀਤੀ ਹੈ ਸੀਨੀਅਰਸ ਲਈ ਉਹਦੇ ਬਾਰੇ ਵੀ ਅਸੀਂ ਗੱਲਬਾਤ ਜ਼ਰੂਰ ਕਰਾਂਗੇ ਪਰ ਫਿਲਹਾਲ ਸਮਾਂ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੁੰਦੇ ਆ ਬ੍ਰੇਕ ਤੋਂ ਬਾਅਦ ਤੁਹਾਡੇ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਸਾਡੀ ਗੱਲਬਾਤ ਚੱਲ ਰਹੀ ਹੈ ਓਨਟਾਰੀਓ ਦੇ ਮੈਂਬਰ ਆਫ ਪ੍ਰੋਵਿੰਸ਼ੀਅਲ ਪਾਰਲੀਮੈਂਟ ਪਰਮਗਿਲ ਜੀ ਦੇ ਨਾਲ ਪਰਮਗਿਲ ਜੀ ਜਿਸ ਤਰ੍ਹਾਂ ਅਸੀਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਗੱਲ ਕਰ ਰਹੇ ਸੀਗੇ ਸੀਨੀਅਰਸ ਦੇ ਲਈ ਸੇਫਟੀ ਟੈਕਸ ਕ੍ਰੈਡਿਟ ਦੀ ਰੀਸੈਂਟਲੀ ਓਨਟਾਰੀਓ ਸਰਕਾਰ ਨੇ ਆਪਣੇ ਬਜਟ ਦੇ ਵਿੱਚ ਸੀਨੀਅਰਸ ਦੀ ਸੇਫਟੀ ਲਈ ਟੈਕਸ ਕ੍ਰੈਡਿਟ ਅਨਾਉਂਸ ਕੀਤਾ ਹੈਗਾ ਰੈਨੋਵੇਸ਼ਨ ਲਈ ਸੀਨੀਅਰਸ ਨੂੰ ਜਿਹੜਾ ਹੈਗਾ ਘਰ ਦੀ ਰੈਨੋਵੇਸ਼ਨ ਲਈ 25% ਦਾ ਟੈਕਸ ਕ੍ਰੈਡਿਟ ਦਿੱਤਾ ਜਾਏਗਾ ਜੇ ਦੇਖਿਆ ਜਾਏ ਤੇ ਪਿਛਲੀ ਲਿਬਰਲ ਸਰਕਾਰ ਵੱਲੋਂ ਵੀ ਅਜਿਹੀ ਇੱਕ ਪਾਲਿਸੀ ਇੰਟਰੋਡਿਊਸ ਕੀਤੀ ਗਈ ਸੀ ਜਿਹਦੇ ਵਿੱਚ ਜਿਹੜੀ ਉਹਨਾਂ ਨੇ ਕੈਪ ਹੈ 15% ਦੀ ਰੱਖੀ ਸੀ ਪਰ ਜ਼ਿਆਦਾਤਰ ਸੀਨੀਅਰਸ ਨੇ ਪ੍ਰੋਗਰਾਮ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੀ ਤੁਹਾਨੂੰ ਲੱਗਦਾ ਹੈ ਕਿ ਹੁਣ ਓਨਟਾਰੀਓ ਦੀ ਜਿਹੜੀ ਪ੍ਰੋਗਰੈਸਿਵ ਕੰਜ਼ਰਵੇਟਿਵ ਸਰਕਾਰ ਹੈ ਉਹਨਾਂ ਵੱਲੋਂ ਜਿਹੜਾ ਉਹਨੇ ਟੈਕਸ ਕ੍ਰੈਡਿਟ ਸੀਨੀਅਰਸ ਲਈ ਇੰਟਰੋਡਿਊਸ ਕੀਤਾ ਗਿਆ ਹੈ 25% ਦਾ ਇਸ ਨੂੰ ਸੀਨੀਅਰਸ ਸਬਸਕ੍ਰਾਈਬ ਕਰਨਗੇ ਇਸ ਦਾ ਫਾਇਦਾ ਚੁੱਕਣਗੇ ਬਿਲਕੁਲ ਜੀ ਪਹਿਲੀ ਗੱਲ ਤਾਂ ਮੈਂ ਕਹਾਂਗਾ ਕਿ ਜਦੋਂ ਵੀ ਕੋਈ ਬਜਟ ਇੰਟਰੋਡਿਊਸ ਕੀਤੀ ਜਾਂਦੀ ਹੈ ਜਿਸ ਤਰ੍ਹਾਂ ਜਿਹੜੇ ਮੈਜਰਸ ਤੁਸੀਂ ਡਿਸਕ੍ਰਾਈਬ ਕੀਤੇ ਆ ਇਹ ਸਾਡੀ ਰੀਸੈਂਟ ਬਜਟ ਦੇ ਵਿੱਚ ਸੀਗੇ these measures are introduced after a very comprehensive consultation that takes place leading up to the budget ਜਿਹਦੇ ਵਿੱਚ ਜਿਹੜੀਆਂ seniors organizations ਆ ਜਿਹੜੇ seniors groups ਆ ਜਿਹੜੀਆਂ families ਆ other businesses ਉਹਨਾਂ ਦੇ ਨਾਲ ਡਿਸਕਸ ਕਰਕੇ ਤੇ ਉਹਨਾਂ ਦੀ ਇਨਪੁਟ ਲੈ ਕੇ ਉਸ ਤੋਂ ਬਾਅਦ ਇੰਟਰੋਡਿਊਸ ਕੀਤੇ ਜਾਂਦੇ ਆ ਐਟ ਦ ਸੇਮ ਟਾਈਮ ਸਰਕਾਰ ਆਪਣੇ ਵੀ ਐਨਾਲਿਸਿਸ ਕਰਦੀ ਹੈ ਟੂ ਮੇਕ ਸ਼ੋਰ ਕਿ ਇਹਦੀ ਕੋਈ ਜਿਹੜਾ ਪ੍ਰੋਗਰਾਮ ਇੰਟਰੋਡਿਊਸ ਕੀਤਾ ਜਾ ਰਿਹਾ ਉਹਦੀ ਨੀਡ ਹੈ ਤੇ ਦੇਰ ਵਿਲ ਬੀ ਐਨ ਅਪਟੇਕ I remember ਕਿ ਜਦੋਂ when I was a part of the federal government ਉਦੋਂ ਵੀ ਇਹ ਜਿਹੜੇ ਸੀਨੀਅਰਸ ਦੇ ਨਹੀਂ ਉਦੋਂ ਅਸੀਂ ਜਨਰਲ ਜਿਹੜੇ ਹੋਮ ਰੈਨੋਵੇਸ਼ਨ ਟੈਕਸ ਕ੍ਰੈਡਿਟ ਇੰਟਰੋਡਿਊਸ ਕੀਤੇ ਸੀਗੇ ਟੂ ਸਪਰ ਦੀ ਇਕੋਨਮੀ ਜਦੋਂ 2008 ਦੇ ਵਿੱਚ ਕਾਫੀ ਇਕਨੋਮਿਕ ਡਾਊਨਟਰਨ ਆਇਆ ਸੀਗਾ ਤੇ ਉਹ ਬੜੇ ਸਕਸੈਸਫੁਲ ਰਹੇ
and I have no doubt कि even ਜਿਹੜੇ ਹੁਣੇ ਜਿਹੜੇ seniors ਵਾਸਤੇ ਜਿਹੜੇ 25% tax credit introduce ਕੀਤਾ ਗਿਆ up to $10,000 that they spend on their renovations, there will be a huge uptick for families to take advantage. So it doesn't necessarily mean it's only for seniors ਜਿਹੜੇ seniors independently ਆਪਣੇ ਘਰਾਂ ਦੇ ਵਿੱਚ ਰਹਿ ਰਹੇ ਆ ਤੇ ਜੇ ਫਰਜ਼ ਕਰ ਲਓ ਵੀ ਤੁਸੀਂ ਪਰਿਵਾਰ ਹੈ, ਪਰਿਵਾਰ ਤੁਹਾਡੇ ਮਦਰ ਜਾਂ ਤੁਹਾਡੇ ਫਾਦਰ ਜਾਂ ਤੁਹਾਡੇ ਗ੍ਰੈਂਡ ਪੇਰੈਂਟਸ ਤੁਹਾਡੇ ਨਾਲ ਰਹਿ ਰਹੇ ਆ ਤੇ ਉਹਨਾਂ ਵਾਸਤੇ ਤੁਹਾਨੂੰ ਰੈਨੋਵੇਸ਼ਨਸ ਕਰਨ ਦੀ ਲੋੜ ਪਈ ਹੈ, you can still also take advantage of these credits. So this will help families, this will help our economy, this will help seniors. This is a wonderful initiative, I feel, all the way around to help Ontario recover, at the same time helping those that need the help, mainly being our seniors. ਜੀ ਲੇਕਿਨ ਜਿਹੜਾ ਟੈਕਸ ਕ੍ਰੈਡਿਟ ਹੈਗਾ ਇਹ ਵਨ ਟਾਈਮ ਹੈਗਾ ਜਾਂ ਫਿਰ ਇਟ ਵਿਲ ਕੰਟੀਨਿਊ ਥਰੂ ਆਊਟ ਦ ਇਅਰਸ? For now, it is introduced in our next year's budget, basically ਜਿਹੜੀ ਹੁਣ introduce ਕੀਤੀ ਹੈ for the year 2021. ਉਸ ਤੋਂ ਬਾਅਦ reevaluate ਕੀਤਾ ਜਾਏਗਾ whether it's a program that will continue or this program will end, but this is part of our 2021 year, tax year. ਜੀ ਪਰਮਕੀਰਤ ਜੀ, ਜਿਸ ਲਈ ਓਨਟੇਰੀਓ ਦੇ ਕਮਿਊਨਿਟੀ ਸਪੋਰਟ ਪ੍ਰੋਗਰਾਮ ਦੀ ਗੱਲ ਕਰੀਏ ਤੇ ਸਰਕਾਰ ਵੱਲੋਂ ਇਸ ਪ੍ਰੋਗਰਾਮ ਨੂੰ ਮਾਰਚ 2021 ਤੱਕ ਐਕਸਟੈਂਡ ਕੀਤਾ ਹੈਗਾ ਹੈ। ਆਈ ਐਮ ਪ੍ਰੀਟੀ ਸ਼ੋਰ ਕਿ ਕਈ ਲੋਕਾਂ ਨੂੰ ਇਸ ਪ੍ਰੋਗਰਾਮ ਬਾਰੇ ਨਹੀਂ ਪਤਾ ਹੋਏਗਾ, ਜਿਨ੍ਹਾਂ ਨੂੰ ਨਹੀਂ ਪਤਾ ਉਹ ਕਿਸ ਤਰ੍ਹਾਂ ਇਸ ਵਿੱਚ ਐਨਰੋਲ ਕਰ ਸਕਦੇ ਨੇ, ਐਂਡ ਦੂਸਰਾ ਹੁਣ ਤੱਕ ਸਰਕਾਰ ਵੱਲੋਂ ਇਸ ਪ੍ਰੋਗਰਾਮ ਦੇ ਅਧੀਨ ਕਿੰਨੇ ਲੋਕਾਂ ਨੂੰ ਮੀਲਸ ਔਰ ਐਸੈਂਸ਼ੀਅਲ ਸਰਵਿਸਿਜ਼ ਜਿਹੜੀਆਂ ਹੈਗੀਆਂ ਨੇ ਉਹ ਪ੍ਰੋਵਾਈਡ ਕੀਤੀਆਂ ਜਾ ਚੁੱਕੀਆਂ ਹਨ? ਬਿਲਕੁਲ ਜੀ, I honestly, with the hundreds and thousands each and every year, month that this happens, what we're doing right now is we're dedicating $16 million for the Ontario Community Support Program that will alone help deliver 230,000 meals to seniors and those with disabilities. And I think it's a wonderful, wonderful initiative. We have some of the best and amazing organizations in Ontario that work with our seniors that will also be able to take advantage of this program and ultimately provide support and these meal delivery services to our seniors, those that are in need. So मैं सारियां दा धन्नवाद करना चाहना, of course, the organizations and stakeholders that work with seniors that provide these essential necessities in life, मैं कहूँगा, and this is a program that has been boosted by additional money, and it's something that we will continue to stand by and encourage. Also, other stakeholder organizations, ਜਿਹੜੇ groups ਹੈ already ਕੰਮ ਕਰ ਰਹੇ ਆ seniors ਦੇ ਨਾਲ, ਉਹਨਾਂ ਦੀ ਥੋੜੀ ਜਿਹੀ ਮਦਦ ਕਰਨ ਵਾਸਤੇ ਜਿਹੜੇ ਹੈਗੇ additional measure introduce ਕੀਤੇ ਗਏ ਆ, and I think this is a wonderful way for us to support our seniors in need. ਜੀ ਔਰ ਓਨਟੇਰੀਓ ਦੇ ਇਸ ਸਾਲ ਦੇ ਬਜਟ ਦੇ ਵਿੱਚ ਇੱਕ ਖਾਸ ਗੱਲ ਹੋਰ ਵੇਖਣ ਨੂੰ ਮਿਲੀ ਹੈ, ਦੈਟ ਇਜ਼ ਸਟੇਕੇਸ਼ਨ। ਇਟਸ ਅ ਗੁੱਡ ਵੇ ਟੂ ਐਕਸਪੈਂਡ ਓਨਟੇਰੀਓਜ਼ ਟੂਰਿਜ਼ਮ। ਸਰਕਾਰ ਦਾ ਕਹਿਣਾ ਹੈ ਕਿ ਜੇਕਰ 2021 ਦੇ ਵਿੱਚ ਕੋਈ ਵੀ ਓਨਟੇਰੀਓ ਦੇ ਵਿੱਚ ਵਿਕੇਸ਼ਨ ਕਰਦਾ ਹੈ ਤਾਂ ਉਸ ਨੂੰ 20% ਦਾ ਟੈਕਸ ਕ੍ਰੈਡਿਟ ਦਿੱਤਾ ਜਾਏਗਾ। ਇਸ ਸੰਬੰਧੀ ਹਾਲੇ ਪੂਰੀ ਡਿਟੇਲਸ ਨਹੀਂ ਰਿਲੀਜ਼ ਕੀਤੀਆਂ ਗਈਆਂ ਹਨ, ਸੋ ਜਾਣਨਾ ਚਾਹਾਂਗੇ ਕਿ ਕਦੋਂ ਤੱਕ ਡਿਟੇਲਸ ਰਿਲੀਜ਼ ਕੀਤੀਆਂ ਜਾਣਗੀਆਂ। ਦੇਖੋ ਜੀ, the ministry is working on this, so we've kind of laid out the framework. Budget introduce ਕੀਤੀ ਗਈ ਆ ਪਿਛਲੇ Thursday, ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਕਿਉਂਕਿ this week is a constituency week, remembrance week ਹੋਣ ਕਰਕੇ, so next week budget ਦੇ ਉੱਤੇ debate ਹੋਊਗੀ. Ultimately the budget will have to pass in the legislature. So ਜਿਸ ਤਰ੍ਹਾਂ ਹੀ budget legislature ਦੇ ਵਿੱਚ pass ਹੋ ਜਾਂਦੀ ਆ, ਉਸ ਤੋਂ ਬਾਅਦ each ministry that's responsible for different areas will start working and start to implement these programs. So I am hopeful that these programs will be live in the very, very near future. ਤੁਸੀਂ staycation ਦਾ ਜਿਹੜਾ mention ਕੀਤਾ, of course we're encouraging, ਕਿਉਂਕਿ ਆਪਾਂ ਨੂੰ ਪਤਾ ਜਿਹੜੀ tourism industry ਹੈ Ontario ਦੇ ਵਿੱਚ, especially hospitality and tourism industry, that has been hit the hardest during this COVID-19, and we're doing everything we can to help, of course, them, at the same time help Ontarians and encourage them ਕਿ ਜਿਹੜੀ ਤੁਸੀਂ ਆਪਣੀ ਵਕੇਸ਼ਨ ਹੈ ਜਾਂ ਬੱਚਿਆਂ ਦੇ ਨਾਲ, ਫੈਮਿਲੀ ਦੇ ਪਰਿਵਾਰ ਨਾਲ ਤੁਸੀਂ ਜੋ ਵੀ ਡਾਲਰ ਸਪੈਂਡ ਕਰਨੇ ਆ, ਤੁਸੀਂ ਕੋਸ਼ਿਸ਼ ਕਰੋ ਕਿ Ontario ਦੇ ਵਿੱਚ ਕੀਤੇ ਜਾਣ। ਉਸ ਦੇ ਨਾਲ ਆਪਣੇ ਜਿਹੜੇ ਸਮਾਲ ਬਿਜ਼ਨਸ ਆ ਜਾਂ ਜਿਹੜੇ ਵਕੇਸ਼ਨ ਜਾਂ ਹਸਪਿਟੈਲਿਟੀ ਇੰਡਸਟਰੀ ਆ, ਉਹਨਾਂ ਦੀ ਵੀ ਮਦਦ ਹੋ ਸਕੇ। I think this is a great initiative, and again ਮੈਂ ਕਹਾਂਗਾ ਕਿ these measures also, all of these initiatives have come out after our consultations before the budget, discussing with the tourism industry, we ਕਿਸ ਤਰ੍ਹਾਂ ਆਪਾਂ ਜਿਹੜਾ ਹੈਗਾ ਇਹ tourism industry ਨੂੰ recover ਕਰਨ ਦੇ ਵਿੱਚ help ਕਰ ਸਕਦੇ ਹਾਂ ਸਰਕਾਰ ਵੱਲੋਂ, ਤੇ ਜਿਹੜਾ initiative ਹੈ ਇਹ ਬਹੁਤ ਵਧੀਆ। ਸੋ ਮੈਂ encourage ਕਰੂੰਗਾ ਸਾਰੇ ਭੈਣਾਂ ਭਰਾਵਾਂ ਨੂੰ, families ਨੂੰ, ਕਿ please do take advantage once this becomes live.
ਜੀ ਜੀ ਬਿਲਕੁਲ ਸਵਾਲ ਬਹੁਤ ਨੇ ਪਰ ਸਮਾਂ ਇਜਾਜ਼ਤ ਨਹੀਂ ਦਿੰਦਾ ਅਖੀਰ ਦੇ ਵਿੱਚ ਕੋਈ ਸੁਨੇਹਾ ਸਾਡੇ ਦਰਸ਼ਕਾਂ ਲਈ ਥੈਂਕ ਯੂ ਜੀ ਮੈਂ ਤੁਹਾਡੀ ਸਾਰੀ ਟੀਮ ਦਾ ਉਸ ਦੇ ਨਾਲ ਜਿੰਨੇ ਵੀ ਤੁਹਾਡੇ ਵਿਊਅਰਸ ਹੈ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਔਰ ਕਮਿਊਨਿਟੀ ਇਟ ਇਜ਼ ਐਨ ਐਬਸੋਲੂਟ ਆਨਰ ਫॉर ਮੀ ਟੂ ਰਿਪਰੈਜ਼ੈਂਟ ਮਿਲਟਨ at Queen's Park as the provincial representative as an MPP. So ਜੇ ਮੈਂ ਕਿਸੇ ਵੀ ਭੈਣ ਭਰਾ ਦੀ ਕਿਸ ਤਰ੍ਹਾਂ ਮਦਦ ਕਰ ਸਕਾਂ please do not hesitate to reach out to my office and we will do everything we can. Thank you so much for the time. ਜੀ ਜੀ ਪਰਮਗੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਅਤੇ ਸਾਰੀ ਜਾਣਕਾਰੀ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕਰਨ ਲਈ ਥੈਂਕ ਯੂ ਐਂਡ ਪਲੀਜ਼ ਸਟੇ ਸੇਫ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੋ ਇਨ ਫੋਕਸ ਦੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਇਹ ਸੀ ਸਾਡੀ ਖਾਸ ਗੱਲਬਾਤ ਓਨਟਾਰੀਓ ਦੇ ਮੈਂਬਰ ਆਫ ਪ੍ਰੋਵਿੰਸ਼ੀਅਲ ਪਾਰਲੀਮੈਂਟ ਪਰਮ ਗਿੱਲ ਜੀ ਦੇ ਨਾਲ ਜੇ ਤੁਹਾਡਾ ਕੋਈ ਸਵਾਲ ਹੈ ਜਾਂ ਫਿਰ ਆਪਣਾ ਕੋਈ ਵਿਚਾਰ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਲਿਖ ਕੇ ਭੇਜੋ feedback@ptcnetwork.com ਤੇ ਮਿਲਾਂਗੇ ਅਗਲੇ ਹਫਤੇ ਉਦੋਂ ਤੱਕ ਲਈ ਮੈਨੂੰ ਦਿਓ ਇਜਾਜ਼ਤ ਅਤੇ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਲਈ ਤੁਸੀਂ ਵੇਖਦੇ ਰਹੋ PTC ਨਿਊਜ਼